ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। 862 ਅੰਗ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਸ਼ਬਦ ਚੱਲ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡਾ ਮਹੱਲਾ ਪੰਜਵਾ। ਫਾਕਿਓ ਮੀਨ ਕਾਪਿਕ ਕੀ ਨਿਆਈ, ਤੂੰ ਉਰਜ ਰਹਿਓ ਕੁਸੁੰਭਾਏ ਲੈ। ਗੌਂਡ ਰਾਗ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਸ਼ਬਦ ਉਚਾਰਦੇ ਨੇ। ਇਹ ਜੀਵ ਕਿਵੇਂ ਫਸਿਆ ਤੇ ਉਲਝਿਆ ਹੋਇਆ ਉਹਦੇ ਬਾਬਤ ਉਦਾਹਰਣ ਦਿੰਦੇ ਨੇ। ਫਾਕਿਓ ਮੀਨ ਕਪਕ ਕੀ ਨਿਆਈ, ਦੋ ਉਦਾਹਰਣਾਂ ਨੇ। ਮੀਨ ਕਹਿੰਦੇ ਨੇ ਮੱਛੀ ਨੂੰ। ਜਦੋਂ ਮੱਛੀ ਫੜਨ ਵਾਲੇ ਮੱਛੀ ਨੂੰ ਫਸਾਉਂਦੇ ਐ ਤਾਂ ਉਹਨੂੰ ਲਾਲਚ ਦਿੰਦੇ ਐ ਮਾਸ ਦਾ। ਕੇਂਚੂਏ ਆਦਿਕ, ਜਿਨ੍ਹਾਂ ਨੂੰ ਆਪਾਂ ਗੰਡੋਏ ਆਦਿਕ ਕਹਿ ਦਿੰਨੇ, ਉਹਨਾਂ ਦਾ ਮਾਸ ਕੁੰਡੀ ਨੂੰ ਲਾ ਕੇ ਜਾਂ ਜਾਲ ਪਾਉਂਦੇ ਆ, ਉਹਦੇ ਵਿੱਚ ਮਾਸ ਲਾ ਕੇ ਉਸ ਜ਼ਬਾਨ ਦੇ ਸਵਾਦ ਦੀ ਪ੍ਰੇਰੀ ਹੋਈ ਮੱਛੀ ਭੱਜੀ ਆਉਂਦੀ ਤੇ ਕੁੰਡੀ ਨੂੰ ਨਿਗਲ ਜਾਂਦੀ ਜਾਂ ਉਸ ਜਾਲ 'ਚ ਚਲੀ ਜਾਂਦੀ ਔਰ ਉਹਦੇ 'ਚੋਂ ਫਸ ਕੇ ਆਪਣੀ ਜ਼ਿੰਦਗੀ ਸਮਾਪਤ ਕਰ ਲੈਂਦੀ। ਜ਼ੁਬਾਨ ਦਾ ਸਵਾਦ ਸੀ, ਉਹਦੇ ਰਸ ਵਿੱਚ ਲੁਭਤ ਹੋਈ, ਕੁੰਡੀ 'ਚ ਫਸ ਗਈ। ਕਪਕ ਕੀ ਨਿਆਈ। ਬਾਂਦਰ ਫੜਨਾ ਹੋਵੇ, ਬਾਂਦਰ ਫੜਨ ਵਾਸਤੇ ਕੀ ਕਰਦੇ? ਚਣੇ ਛੋਲੇ ਇੱਕ ਛੋਟੇ ਜਿਹੇ ਲੋਟੇ ਦੇ ਵਿੱਚ ਪਾ ਕੇ ਰੱਖਦੇ ਨੇ। ਹੁਣ ਛੋਲੇ ਖਾਣ ਵਾਸਤੇ, ਚਣੇ ਖਾਣ ਵਾਸਤੇ ਬਾਂਦਰ ਨੇ ਆਪਣਾ ਹੱਥ ਪਸਾਰ ਕੇ ਉਹਦੇ ਵਿੱਚ ਪਾਉਣਾ। ਮੁੱਠੀ ਭਰਦਾ, ਬਾਹਰ ਨੂੰ ਖਿੱਚਦਾ, ਸਿੱਧਾ ਹੱਥ ਤਾਂ ਪੈ ਗਿਆ ਪਰ ਮੁੱਠੀ ਮੀਚ ਕੇ ਬਾਹਰ ਨੂੰ ਨਹੀਂ ਨਿਕਲਦਾ। ਹੁਣ ਲਾਲਚ ਵਸ ਹੋਇਆ, ਨਾ ਤਾਂ ਮੁੱਠੀ ਖੋਲਦਾ ਤੇ ਨਾ ਉਹਦੇ ਚੋਂ ਉਹਦਾ ਹੱਥ ਨਿਕਲਦਾ। ਇੰਨੇ ਨੂੰ ਆ ਕੇ ਦੇ ਗਲ ਦੇ ਵਿੱਚ ਪਾ ਲੈਂਦੇ ਆ ਜੰਜੀਰੀ ਤੇ ਕਾਬੂ ਕਰ ਲੈਂਦੇ। ਕਹਿੰਦੇ ਜਿਵੇਂ ਖਾਣ ਦੇ ਲੋਭ ਵਸ ਹੋ ਕੇ, ਵੀ ਚਣਿਆਂ ਦੇ ਦਾਣਿਆਂ ਦੇ ਲੋਭ ਵਸ ਹੋ ਕੇ ਕਪਕ, ਕਪਕ ਕਹਿੰਦੇ ਆ ਬਾਂਦਰ ਨੂੰ, ਬਾਂਦਰ ਫਸ ਗਿਆ। ਇਉਂ ਹੀ ਜਿਵੇਂ ਮੱਛੀ ਫਸੀ ਤੇ ਬਾਂਦਰ ਫਸਿਆ, ਇਸੇ ਤਰ੍ਹਾਂ ਤੂੰ ਉਰਜ ਰਹਿਓ ਕੁਸੁੰਭਾਏ ਲੈ। ਐ ਜੀਵ, ਐ ਮਨੁੱਖ, ਤੂੰ ਵੀ ਸੰਸਾਰ ਦੇ ਜਿਹੜੇ ਕਸੁੰਭੇ ਰੰਗ ਵਾਂਗੂ ਕੁਝ ਸਮੇਂ ਲਈ ਦਿਸਣ ਵਾਲੇ ਸੰਸਾਰ ਦੇ ਵਿਸ਼ੇ ਨੇ। ਕੁਸੁੰਭੇ ਦੇ ਰੰਗ ਵਾਂਗੂ, ਜਿਵੇਂ ਕੁਸੁੰਭੇ ਦਾ ਰੰਗ ਸਦਾ ਨਹੀਂ ਨਾ ਹੁੰਦਾ, ਏਦਾਂ ਇਹ ਸੰਸਾਰ ਦੇ ਵਿਸ਼ੇ ਸदैवी ਨਹੀਂ ਹਨ। ਸੰਸਾਰ ਦੇ ਨਾ ਰਹਿਣ ਵਾਲੇ ਜਿਹੜੇ ਵਿਸ਼ੇ ਨੇ ਸदैवी ਨਹੀਂ ਹਨ, ਉਹਨਾਂ ਦੇ ਵਿੱਚ ਤੂੰ ਵੀ ਉਲਝਿਆ ਹੋਇਆ। ਜਿਵੇਂ ਮੱਛੀ ਉਲਝ ਜਾਂਦੀ ਹੈ ਜਾਲ 'ਚ, ਜਿਵੇਂ ਬਾਂਦਰ ਉਲਝ ਜਾਂਦਾ ਹੈ ਚਣੇ ਖਾਣ ਦੇ ਵਿੱਚ, ਏਦਾਂ ਤੂੰ ਇਹਨਾਂ ਵਿਸ਼ਿਆਂ ਨੂੰ ਭੋਗਣ ਵਾਸਤੇ ਜਾਣਾ ਤੇ ਵਿੱਚ ਹੀ ਉਲਝ ਜਾਣਾ। ਜਿਹੜੇ ਵਿਸ਼ੇ ਕੁਸੁੰਭੇ ਦੇ ਰੰਗ ਵਾਂਗੂ ਨਸ਼ਵਰ ਨੇ, ਕੁਝ ਸਮਾਂ ਰਹਿਣ ਵਾਲੇ ਹਨ, ਉਹਨਾਂ ਵਿੱਚ ਹੇ ਮਨੁੱਖ, ਹੇ ਜੀਵ, ਤੂੰ ਉਲਝਿਆ ਹੋਇਆ ਹੈ। ਪਗ ਧਾਰ ਸਾਸ ਲੈ ਖੇਲੈ, ਤੋ ਉਧਰ ਹਰ ਗੁਣ ਗਾਏ ਲੈ। ਪਗ ਧਾਰੈ ਸਾਸ ਲੇਖੈ, ਲੈਤ ਉਧਰ ਹਰ ਗੁਣ ਗਾਏ ਲੈ। ਕਹਿੰਦੇ ਜਿੰਨੇ ਵੀ ਤੂੰ ਪੈਰ ਧਰਦਾ, ਯਾਨੀ ਕਿ ਜਿੰਨੇ ਵੀ ਕਰਮ ਕਰ ਰਿਹਾ ਤੇ ਜਿੰਨੇ ਵੀ ਸਾਹ ਲੈ ਰਿਹਾ, ਇਹ ਸਭ ਲੇਖੇ ਵਿੱਚ ਨੇ। ਲੇਖੈ ਲੈ, ਇਹ ਸਭ ਲੇਖੇ ਦੇ ਵਿੱਚ ਨੇ। ਤੇਰਾ ਹੱਸਣਾ, ਬੋਲਣਾ, ਕੋਈ ਵੀ ਕਰਮ ਕਰਨਾ, ਜਿੰਨੇ ਵੀ ਸਾਹ ਲੈਣਾ, ਇਹ ਸਭ ਲੇਖੇ ਵਿੱਚ ਨੇ ਸੱਜਣਾ। ਤੂੰ ਤਾਂ ਉਧਰ ਸਕਦਾ, ਤੋ ਉਧਰ ਹਰ ਗੁਣ ਗਾਏ ਲੈ।
ਤੂੰ ਤਾਂ ਉਧਰ ਸਕਦਾ ਇਸ ਭਵ ਸਾਗਰ ਤੋਂ ਜੇ ਤੂੰ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਵੇਂ, ਨਹੀਂ ਤਾਂ ਸਭ ਕੁਝ ਲੇਖੇ ਵਿੱਚ ਹੈ। ਜਿੰਨੇ ਸਾਹ ਲੈਣਾ ਇਹਨਾਂ ਸਾਰਿਆਂ ਨੂੰ ਲੇਖੇ ਵਿੱਚ ਜਾਣ ਲੈ। ਜਿੰਨੇ ਪੈਰ ਪੁੱਟ ਕੇ ਤੁਰਦਾ, ਜਿੰਨੇ ਕਰਮ ਕਰਦਾ, ਜੋ ਵੀ ਕਰ ਰਿਹਾ, ਸਭ ਕੁਝ ਲੇਖੇ ਵਿੱਚ ਹੈ। ਇੱਕ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਗਾ ਜੇ ਤੂੰ ਇਸ ਲੇਖੇ ਤੋਂ ਬਚਣਾ ਚਾਹੁੰਦਾ ਹੈ। ਮਨ ਸਮਝ ਛੋੜਿਆ ਵਾਇਲੇ, ਮਨ ਸਮਝ ਛੋੜ ਅਵਾਇਲੇ। ਅਵਾਇਲੇ ਕਹਿੰਦੇ ਅਵੈੜੇ। ਆਪਾਂ ਕਹਿੰਦੇ ਫਲਾਣਾ ਬੰਦਾ ਬੜਾ ਅਵੈੜਾ ਹੈ। ਕਹਿੰਦੇ ਆ ਜਿਹੜੇ ਅਵੈੜੇ ਕੰਮ ਨੇ ਨਾ, ਅਵੈੜ ਪੁਣਾ, ਇਹ ਮੇਰਿਆ ਮਨਾ ਇਸ ਅਵੈੜ ਪੁਣੇ ਨੂੰ ਛੱਡ ਦੇ। ਮਨ ਸਮਝ ਜਾ, ਹਲੇ ਵੀ ਸੁਚੇਤ ਹੋ ਜਾ, ਸਾਵਧਾਨ ਹੋ ਜਾ। ਛੋੜ ਅਵਾਇਲੇ, ਇਹ ਅਵੈੜੇ ਕਰਮ, ਇਹ ਭੈੜੇ ਕਰਮ ਛੱਡ ਦੇ ਜਿਹੜੇ ਅਵੱਤੇ ਕਰਮ ਨੇ। ਅਵਾਇਲੇ ਦਾ ਅਰਥ ਮਹਾਂਪੁਰਸ਼ਾਂ ਨੇ ਅਵੱਤੇ ਵੀ ਕੀਤਾ। ਅਵੱਤੇ ਦਾ ਮਤਲਬ ਹੁੰਦਾ ਭੈੜੇ ਤੇ ਖੋਟੇ ਕੰਮ। ਇਹ ਮੇਰਿਆ ਮਨਾ ਹਲੇ ਵੀ ਸਮਝ ਜਾ, ਇਹ ਖੋਟੇ ਤੇ ਭੈੜੇ ਕਰਮ ਛੱਡ ਦੇ। ਆਪਣੇ ਰਹਿਨ ਕੋ ਠੌਰ ਨਾ ਪਾਵੈ, ਕਾਏ ਪਰ ਕੈ ਜਾਏ ਲੈ। ਕਹਿੰਦੇ ਆਪਣੇ ਰਹਿਣ ਦੀ ਕੋਈ ਥਾਂ ਨਹੀਂ, ਤੇਰੀ ਟਿਕਾਣਾ ਕੋਈ ਨਹੀਂ, ਵੀ ਤੂੰ ਤਾਂ ਇਸ ਸੰਸਾਰ ਤੋਂ ਚਲਿਆ ਜਾਣਾ, ਥੋੜ ਬੀਤਿਆ। ਕਹਿੰਦੇ ਆਪਣੇ ਰਹਿਣ ਦੀ ਥਾਂ ਕੋਈ ਨਹੀਂ, ਤੇ ਪਰਾਈਆਂ ਵਸਤੂਆਂ ਵੇਖ ਵੇਖ ਕੇ ਕਹਿਣਾ ਆ ਵੀ ਲੈ ਲਵਾਂ, ਆ ਵੀ ਲੈ ਲਵਾਂ, ਆ ਵੀ ਜੋੜ ਲਵਾਂ। ਜਿੱਥੇ ਆਪ ਪਿਆ ਰਹਿਣਾ ਉੱਥੇ ਤਾਂ ਤੇਰਾ ਪੱਕਾ ਟਿਕਾਣਾ ਹੈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਤੂੰ ਆਪ ਰਹਿ ਰਿਹਾ ਉੱਥੇ ਤਾਂ ਤੇਰਾ ਰਹਿਣ ਦਾ ਪੱਕਾ ਟਿਕਾਣਾ ਹੈ ਨਹੀਂ। ਖਬਰੇ ਕਦੋਂ ਸੱਦਾ ਆ ਜੇ ਤੇ ਜਾਣਾ ਪੈ ਜਾਏ, ਤੇ ਤੂੰ ਬਗਾਨੀਆਂ ਜਿਹੜੀਆਂ ਵਸਤੂਆਂ, ਪਰਾਈਆਂ ਵਸਤੂਆਂ ਵੇਖ ਵੇਖ ਕੇ ਉਹਨਾਂ ਵੱਲ ਭੱਜਦਾ, ਦੌੜਦਾ, ਵੀ ਇਹ ਵੀ ਚੁੱਕ ਲਿਆਵਾਂ ਫਲਾਣੇ ਕੋਲੋਂ, ਆ ਵੀ ਇਕੱਠਾ ਕਰ ਲਵਾਂ, ਆ ਵੀ ਮੈਂ ਲੈ ਲਵਾਂ। ਪਰਾਈਆਂ ਵਸਤੂਆਂ ਪਿੱਛੇ ਦੌੜਿਆ ਫਿਰਦਾ, ਤੇਰਾ ਤਾਂ ਆਪਣੇ ਟਿਕਾਣੇ ਤੇ ਰਹਿਣਾ ਵੀ ਥਿਰ ਨਹੀਂ ਹੈ। ਰਹਾਓ ਜਿਉ ਮੈਗਲ ਇੰਦਰੀ ਰਸ ਪ੍ਰੇਰਿਓ, ਤੂੰ ਲਾਗ ਪਰਿਓ ਕੁਟੰਬਾਏ ਲੈ। ਪਾਤਸ਼ਾਹ ਕਹਿੰਦੇ ਜਿਵੇਂ ਮੈਗਲ, ਮੈਗਲ ਕਹਿੰਦੇ ਨੇ ਮਸਤੇ ਹੋਏ ਹਾਥੀ ਨੂੰ, ਜਿਵੇਂ ਕਾਮ ਦੀ ਇੰਦਰੀ ਕਰਕੇ ਪ੍ਰੇਰਿਆ ਹੋਇਆ ਉਹ ਹਾਥੀ ਆਪਣਾ ਆਪ ਬਣਾ ਲੈਂਦਾ। ਕਾਗਜ਼ਾਂ ਦੀ ਹਸਤਨੀ ਵੇਖ ਕੇ ਉਹਨੂੰ ਸਪਰਸ਼ ਕਰਨ ਦੀ ਇੱਛਾ ਰੱਖ ਕੇ ਦੌੜਦਾ ਤੇ ਟੋਏ 'ਚ ਡਿੱਗ ਪੈਂਦਾ, ਤੇ ਮਹਾਵਤ ਜੰਗਲੀ ਇਹਨੂੰ ਫੜ ਕੇ ਕਾਬੂ ਕਰ ਲੈਂਦੇ ਆ। ਕਹਿੰਦੇ ਜਿਵੇਂ ਕੋਈ ਮੈਗਲ ਹਾਥੀ ਇੰਦਰੀਆਂ ਦੇ ਰਸਾਂ ਦਾ ਪ੍ਰੇਰਿਆ ਹੋਇਆ ਆਪਣਾ ਆਪ ਬਣਾ ਲੈਂਦਾ, ਇਸੇ ਤਰ੍ਹਾਂ ਹੇ ਸੱਜਣਾ, ਹੇ ਜੀਵ, ਹੇ ਮਨੁੱਖ, ਤੂੰ ਵੀ ਆਪਣੇ ਕੁਟੰਬੀਆਂ ਦੇ, ਰਿਸ਼ਤੇਦਾਰਾਂ ਤੇ ਸੰਬੰਧੀਆਂ ਦੇ ਮੋਹ ਵਿੱਚ ਵਸ ਪੈ ਕੇ ਉਹਨਾਂ ਦੇ ਬੰਧਨ ਵਿੱਚ ਆਪਣੇ ਆਪ ਨੂੰ ਬੰਨੀ ਬੈਠਾ। ਜਿਵੇਂ ਹਾਥੀ ਨਹੀਂ ਕਿਸੇ ਹਸਤਨੀ ਨੂੰ ਵੇਖ ਕੇ ਕਾਗਜ਼ਾਂ ਦੀ ਨੂੰ ਭੱਜਦਾ ਔਰ ਉਹਨੂੰ ਵਿਸ਼ੇ ਕਰਨ ਵਾਸਤੇ ਉਹ ਖੂਹ ਵਿੱਚ ਡਿੱਗ ਕੇ ਗਰਤ ਹੋ ਜਾਂਦਾ, ਇਉਂ ਤੂੰ ਵੀ ਪਰਿਵਾਰ ਤੇ ਕੁਟੰਬ ਨੂੰ ਵੇਖ ਕੇ ਉਹਨਾਂ ਦੇ ਮੋਹ ਵਿੱਚ ਗਰਤ ਹੋ ਰਿਹਾ ਹੈ, ਡਿੱਗ ਰਿਹਾ ਹੈ। ਜਿਉ ਪੰਖੀ ਇਕੱਤਰ ਹੋਏ ਫਿਰ ਵਿਛੁਰੈ, ਫਿਰ ਸੰਗਤ ਹਰ ਹਰ ਧਿਆਏ ਲੈ। ਰਾਤ ਦੇ ਸਮੇਂ ਇੱਕ ਦਰਖਤ ਦੇ ਉੱਤੇ ਪੰਛੀ ਇਕੱਠੇ ਹੋ ਜਾਂਦੇ ਆ ਰਹਿਣ ਕੱਟਣ ਵਾਸਤੇ। ਬਹੁਤ ਸਾਰੇ ਪੰਛੀ ਇੱਕ ਦਰਖਤ ਦੇ ਉੱਤੇ ਆ ਕੇ ਇਕੱਠੇ ਹੋ ਜਾਂਦੇ। ਜਦੋਂ ਸਵੇਰੇ ਲੋ ਲੱਗਦੀ ਹੈ ਸਭ ਆਪੋ ਆਪਣੇ ਰਾਹਾਂ ਤੇ ਚਲੇ ਜਾਂਦੇ ਹੈ। ਪਾਤਸ਼ਾਹ ਕਹਿੰਦੇ ਜਿਵੇਂ ਉਹ ਪੰਛੀ ਇੱਕ ਦਰਖਤ ਤੇ ਇਕੱਠੇ ਹੋ ਕੇ ਮੁੜ ਕੇ ਵਿਛੜ ਜਾਂਦੇ ਹੈ, ਇਸੇ ਤਰ੍ਹਾਂ ਸੰਸਾਰ ਰੂਪੀ ਇਸ ਦਰਖਤ ਤੇ ਤੂੰ ਆਪਣੇ ਰਿਸ਼ਤੇਦਾਰਾਂ ਸੰਬੰਧੀਆਂ ਦੇ ਸਮੇਤ ਪੰਛੀਆਂ ਵਾਂਗੂ ਇੱਕ ਰਾਤ ਕੱਟਣ ਲਈ ਆਇਆ ਹੈ। ਜਦੋਂ ਕਾਲ ਰੂਪੀ ਦਿਨ ਚੜ੍ਹਨਾ, ਮੌਤ ਆਉਣੀ ਹੈ, ਤੇ ਸਭ ਨੇ ਕਿਸੇ ਨੇ ਕਿਸ ਜੂਨੀ 'ਚ, ਕਿਸੇ ਨੇ ਕਿਸ ਜੂਨੀ 'ਚ, ਕਿਸੇ ਨੇ ਕਿਸ ਦਿਸ਼ਾ ਵਿੱਚ, ਸਭ ਨੇ ਉੱਡ ਫੁੱਟ ਜਾਣਾ ਹੈ। ਔਰ ਤੂੰ ਉਲਝੇਵੇਂ ਚੁਲਝਿਆ ਹੋਇਆ ਵੀ ਇਹ ਮੇਰੇ ਨੇ। ਪਾਤਸ਼ਾਹ ਕਹਿੰਦੇ ਇਹਨਾਂ ਨਾਲ ਤਾਂ ਤੂੰ ਕੇਵਲ ਦਰਖਤ ਤੇ
ਜਿਵੇਂ ਪੰਛੀ ਨਹੀਂ ਰਾਤ ਕੱਟਦੇ ਤੇ ਸਵੇਰੇ ਉੱਡ ਕੇ ਚਲੇ ਜਾਂਦੇ ਐ, ਬਸ ਇਹਨਾਂ ਇੱਕ ਜ਼ਿੰਦਗੀ ਦੀ ਰਾਤ ਹੀ ਕੱਟਣ ਆਇਆ ਹੈ ਔਰ ਆਖੀਰ ਨੂੰ ਇਹਨਾਂ ਸਾਰਿਆਂ ਤੋਂ ਤੇਰਾ ਵਿਛੋੜਾ ਹੋ ਜਾਣਾ ਹੈ। ਇਸ ਕਰਕੇ ਜੇ ਤੂੰ ਸदैवी ਕਾਲ ਲਈ ਥਿਰ ਰਹਿਣਾ ਚਾਹੁੰਦਾ ਕਿ ਤੇਰਾ ਹਿਰਦਾ ਥਿਰ ਹੋ ਜਾਏ, ਤੇਰਾ ਮਨ ਥਿਰ ਹੋ ਜਾਏ, ਤਾਂ ਥਿਰ ਸੰਗਤ ਹਰ ਹਰ ਧਿਆਏ ਲੈ। ਤੂੰ ਸੰਗਤ ਵਿੱਚ ਆ ਕੇ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆ, ਉਹਨੂੰ ਧਿਆਵੇਂਗਾ ਤੇ ਤੂੰ ਸਦਾ ਵਾਸਤੇ ਅਕਾਲ ਪੁਰਖ ਦੇ ਸਵਰੂਪ ਵਿੱਚ ਥਿਰ ਹੋ ਜਾਵੇਂਗਾ, ਟਿਕ ਜਾਵੇਂਗਾ। ਜੈਸੇ ਮੀਨ ਰਸਨ ਸਾਧ ਬਿਨਸਿਓ, ਉਹ ਮੂਠੋ ਮੂੜ ਲੋਭਾਏ ਲੈ। ਪਾਤਸ਼ਾਹ ਮੱਛੀ ਦੀ ਫੇਰ ਉਦਾਹਰਣ ਦਿੰਦੇ, ਕਹਿੰਦੇ ਵੇਖੋ ਮੱਛੀ ਜ਼ੁਬਾਨ ਦੀ ਰਸ ਕਰਕੇ, ਰਸਨ ਸਾਧ ਜ਼ੁਬਾਨ ਦੇ ਸਵਾਦ ਕਰਕੇ ਉਹ ਮਾਸ ਖਾਣ ਦੀ ਇੱਛਾ ਲੈ ਕੇ ਆਉਂਦੀ ਤੇ ਬਿਨਸ ਜਾਂਦੀ ਹੈ, ਮਰ ਜਾਂਦੀ, ਜਾਲ 'ਚ ਫਸ ਜਾਂਦੀ ਹੈ, ਕੁੰਡੀ 'ਚ ਫਸ ਜਾਂਦੀ ਤੇ ਪ੍ਰਾਣ ਉਹਨੂੰ ਤਿਆਗਣੇ ਪੈਂਦੇ ਆ। ਕਹਿੰਦੇ ਇਸੇ ਤਰ੍ਹਾਂ ਹੈ ਸੱਜਣਾ, ਤੂੰ ਵੀ ਮੱਛੀ ਵਾਂਗੂ ਜ਼ੁਬਾਨ ਦੇ ਸਵਾਦਾਂ ਪਿੱਛੇ ਜਾਂ ਸੰਸਾਰ ਦੇ ਪਦਾਰਥਾਂ ਦੇ ਲੋਭ ਵਸ ਹੋ ਕੇ ਹੇ ਮਨੁੱਖ ਤੂੰ ਠੱਗਿਆ ਜਾ ਰਿਹਾ, ਮੂਰਖ ਮਨੁੱਖ ਠੱਗਿਆ ਜਾ ਰਿਹਾ ਔਰ ਵਿਸ਼ੇ ਵਿਕਾਰਾਂ ਦੇ ਰਸ ਵਿੱਚ ਲੰਪਟ ਹੋ ਕੇ ਆਪਣਾ ਆਪ ਖੁਆਰ ਕਰ ਰਿਹਾ ਹੈ। ਤੂੰ ਹੋਆ ਪੰਚ ਵਾਸ ਵੈਰੀ ਕੈ, ਛੂਟਾ ਪਰ ਸਰਨਾਏ ਲੈ। ਮੱਛੀ ਵਿੱਚ ਤਾਂ ਕੇਵਲ ਇੱਕ ਸਵਾਦ ਦਾ ਰਸ ਸੀ ਜ਼ੁਬਾਨ ਦਾ, ਹਾਥੀ ਵਿੱਚ ਕੇਵਲ ਇੱਕੋ ਵਿਸ਼ਾ ਸੀ ਸਪਰਸ਼ ਦਾ। ਉਹ ਤਾਂ ਇੱਕ ਇੱਕ ਵਿਸ਼ੇ ਕਰਕੇ ਹੀ ਆਪਣਾ ਆਪ ਖਤਮ ਕਰ ਗਏ। ਐ ਜੀਵ ਤੇਰੇ ਵਿੱਚ ਤਾਂ ਪੰਜ ਨੇ, ਤੂੰ ਹੋਆ ਪੰਚਵਾਸ ਵੈਰੀ। ਤੇਰੇ ਅੰਦਰ ਤਾਂ ਇਹ ਪੰਜ ਵਿਸ਼ੇ ਵਸਦੇ ਆ, ਤੇਰੇ ਵੈਰੀ ਨੇ ਪੰਜੇ ਹੀ, ਸ਼ਬਦ ਸਪਰਸ਼ ਰੂਪ ਰਸ ਗੰਧ। ਇਹ ਜਿਹੜੇ ਪੰਜ ਵੈਰੀ ਨੇ ਤੇਰੇ ਅੰਦਰ ਵੈਰੀ ਬਣ ਕੇ ਵਸਦੇ ਆ ਵਿਸ਼ੇ। ਹੁਣ ਤੂੰ ਦੱਸ ਤੂੰ ਕਿਵੇਂ ਉਭਰੇਗਾ? ਮੱਛੀ 'ਚ ਤਾਂ ਇੱਕੋ ਹੀ ਸੀ ਜ਼ੁਬਾਨ ਦਾ ਸਵਾਦ, ਉਹਦੇ ਨਾਲੋਂ ਬਿਨਸ ਗਈ। ਤੇਰੇ 'ਚ ਤਾਂ ਪੰਜੇ ਹੀ ਨੇ, ਤੂੰ ਕਿਵੇਂ ਉਭਰੇਗਾ ਬਈ? ਤੂੰ ਕਿਵੇਂ ਬਚੇਗਾ? ਤਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਐ ਇੱਕੋ ਇੱਕ ਤਰੀਕਾ ਇਹਨਾਂ ਪੰਜਾਂ ਵੈਰੀਆਂ ਤੋਂ ਬਚਣ ਦਾ, ਔਰ ਉਹ ਹੈ ਆਪਣੇ ਪ੍ਰਭੂ ਦੀ ਸ਼ਰਨ ਪੈ ਜਾ। ਜਦੋਂ ਆਪਣੇ ਪ੍ਰਭੂ ਦੀ ਸ਼ਰਨ ਪਵੇਂਗਾ ਇਹਨਾਂ ਪੰਜਾਂ ਵੈਰੀਆਂ ਤੋਂ ਉੱਭਰ ਜਾਵੇਂਗਾ, ਬਚ ਜਾਵੇਂਗਾ। ਇਹਨਾਂ ਪੰਜਾਂ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ ਜਦੋਂ ਆਪਣੇ ਪ੍ਰਭੂ, ਆਪਣੇ ਮਾਲਕ, ਆਪਣੇ ਸੁਆਮੀ ਦੀ ਸ਼ਰਨ ਪਵੇਂਗਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਮਾਲਕ ਦੀ ਸ਼ਰਨ ਪਵੇਂਗਾ ਤਾਂ ਇਹਨਾਂ ਵਿਸ਼ਿਆਂ ਤੋਂ ਉੱਭਰੇਗਾ, ਨਹੀਂ ਤਾਂ ਕਦੇ ਅੱਖਾਂ ਨਾਲ ਵਿਸ਼ਾ ਵੇਖਣ ਦਾ, ਕੰਨਾਂ ਨਾਲ ਸੁਣਨ ਦਾ ਵਿਸ਼ਾ, ਚਮੜੀ ਨਾਲ ਸਪਰਸ਼ ਦਾ, ਨਾਸਕਾ ਨਾਲ ਸੁਗੰਧੀ ਦਾ ਵਿਸ਼ਾ, ਇਸੇ ਤਰ੍ਹਾਂ ਜ਼ੁਬਾਨ ਦਾ ਸਵਾਦ ਨਾਲ ਵਿਸ਼ਾ। ਇਹ ਭਾਈ ਵਿਸ਼ਿਆਂ ਦੇ ਵਿਕਾਰਾਂ ਦੇ ਵਿੱਚ ਤੂੰ ਐਸਾ ਉਲਝਿਆ ਰਹੇਗਾ, ਕਦੇ ਉੱਭਰ ਹੀ ਨਹੀਂ ਸਕੇਗਾ ਜੇ ਤੂੰ ਆਪਣੇ ਮਾਲਕ ਦੀ, ਆਪਣੇ ਪ੍ਰਭੂ ਦੀ ਸ਼ਰਨ 'ਚ ਨਹੀਂ ਪੈਂਦਾ। ਆਪਣੇ ਮਾਲਕ ਦੀ ਸ਼ਰਨ ਪੈ ਤਾਂ ਤੂੰ ਇਹਨਾਂ ਵਿਸ਼ਿਆਂ ਦੀ, ਵਿਕਾਰਾਂ ਦੀ ਬਿਰਤੀ ਤੋਂ ਉਪਰਾਮ ਹੋਵੇਗਾ। ਹੋ ਕਿਰਪਾਲ ਦੀਨ ਦੁਖ ਭੰਜਨ, ਸਭ ਤੁਮਰੇ ਜੀਅ ਜੰਤਾਏ ਲੈ। ਬੇਨਤੀ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ 'ਚ, ਹੇ ਪਾਰ ਬ੍ਰਹਮ ਪਰਮੇਸ਼ਰ ਕਿਰਪਾਲ ਹੋਵੋ। ਹੋ ਕਿਰਪਾਲ ਮਹਾਰਾਜ, ਕਿਰਪਾਲ ਹੋਵੋ, ਕਿਰਪਾ ਦੇ ਘਰ ਚ ਆਵੋ। ਦੀਨ ਦੁਖ ਭੰਜਨ, ਮਹਾਰਾਜ ਤੁਸੀਂ ਦੀਨਾਂ ਦੇ ਦੁੱਖ ਭੰਨਣ ਵਾਲੇ ਹੋ। ਹੇ ਦੀਨਾਂ ਦੇ ਦੁੱਖ ਭੰਨਣ ਵਾਲੇ ਵਾਹਿਗੁਰੂ ਜੀ ਕਿਰਪਾਲ ਹੋਵੋ।
सब तुमरे जी जनताए ले। महाराज ये संसार दे जितने जी जंत ने सारे तेरे ही ने महाराज। जी जंत तेरे धारे महाराज, ये सारे जी जंत जिन्ने भी ने सब तेरे आसरे ने, ना ते तरस कर। ये सारे संसार की अरदास करते हैं गुरु अर्जन देव साहब अकाल पुरख नूं। हे वाहिगुरु, ये सारे जी जंत तेरे ने, इन्हां सारियां ते अपनी किरपा कर। तू दीनां दे दुख भन्नण वाला स्वामी है। हे निरंकार अकाल पुरख, इन्हां सारियां ते किरपा कर। इन्हां सारियां विच असीं भी हां मालका, साडे ते भी अपनी किरपा करो, दया करो महाराज। ਅਸੀਂ ਸਾਰੇ ਜੀ ਜੰਤ ਤੁਹਾਡੇ ਹਾਂ। ਪਾਵੋ ਦਾਨ ਸਦਾ ਦਰਸ ਪੇਖਾ। ਏ ਪ੍ਰਭੂ, ਮੈਨੂੰ ਇਹ ਦਾਨ ਤੁਹਾਡੇ ਚਰਨਾਂ ਚੋਂ ਪ੍ਰਾਪਤ ਹੋਵੇ। ਇਹ ਦਾਨ ਕਿਹੜਾ ਦਾਨ? ਕਿ ਮਹਾਰਾਜ ਹਰ ਵੇਲੇ ਹੀ ਤੁਹਾਡੇ ਦਰਸ਼ਨ ਕਰਾਂ। ਇਹ ਦਾਨ ਮੈਨੂੰ ਤੁਹਾਡੇ ਚਰਨਾਂ ਚੋਂ ਮਿਲੇ ਮਹਾਰਾਜ ਜੀ, ਕਿ ਹਰ ਵਕਤ ਤੁਹਾਡੇ ਦਰਸ ਪੇਖਾਂ, ਦਰਸ਼ਨ ਕਰਾਂ। दर्शन देख जीवा गुर तेरा, दर्शन देख जीवा गुर तेरा। दर्शन देख जीवा गुर तेरा, दर्शन देख जीवा गुर तेरा। दर्शन देख जीवा गुर तेरा, दर्शन देख जीवा गुर तेरा। दर्शन देख जीवा गुर तेरा, दर्शन देख जीवा गुर तेरा। पूरन कर्म होए प्रभ मेरा, पूरन कर्म होए प्रभ मेरा। पूरन कर्म होए प्रभ मेरा, पूरन कर्म होए प्रभ मेरा। हे प्रभु, ਤੁਹਾਡੇ ਚਰਨਾਂ ਚੋਂ ਮੈਂ ਇਹ ਦਾਨ ਮੰਗਦਾ ਤੇ ਮੈਨੂੰ ਇਹ ਦਾਨ ਪ੍ਰਾਪਤ ਹੋਵੇ ਕਿ ਮੈਂ ਤੁਹਾਡੇ ਦਰਸ਼ਨ ਕਰਾਂ ਮਹਾਰਾਜ, ਤੁਹਾਡੇ ਦੀਦਾਰ ਪਰਸਾਂ। ਮਿਲ ਨਾਨਕ ਦਾਸ ਦਸਾਏ ਲੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਵਾਹਿਗੁਰੂ ਜੀ ਜਿਹੜੇ ਤੁਹਾਡੇ ਦਾਸ ਨੇ, ਉਹਨਾਂ ਦਾਸਾਂ ਦਾ ਦਾਸ ਬਣ ਕੇ ਮੈਂ ਤੁਹਾਡੇ ਦਰਸ਼ਨ ਕਰਾਂ, ਉਹਨਾਂ ਦੇ ਵਿੱਚ ਮਿਲ ਕੇ। ਤੁਹਾਡੇ ਦਾਸਾਂ ਦੇ ਦਾਸ ਬਣ ਕੇ ਮਹਾਰਾਜ, ਉਹਨਾਂ ਨਾਲ ਮਿਲ ਕੇ ਮੈਂ ਤੁਹਾਡੇ ਦਰਸ਼ਨ ਕਰਾਂ ਮਹਾਰਾਜ। ਇਹ ਦਾਨ ਮੈਂ ਤੁਹਾਡੇ ਚਰਨਾਂ ਚੋਂ ਮੰਗਦਾ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਚਨ ਔਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਗਏ ਮਹਾਵਾਕ ਨੂੰ ਵਿਚਾਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।